नाहि नाम निर्मल करनी। साध संगत के जल जाओ, बिखम नदी जाए तरनी। सतनाम वाहिगुरु साहिब जियो। सहस खटे लख को उठ धावै, तृप्त न आवै माया पाछै पावै। सहस खटे लख को उठ धावै, तृप्त न आवै माया पाछै पावै। अनेक भोग बिख्या के करै, नहीं तृप्तावै खप खप मरै। बिना संतोष नहीं को राजै, सुपन मनोरथ बिरथे सब काजै। नाम रंग सर्ब सुख होए, बड़ भागी किसै परागत होए। कर्म करावन आपे आप, सदा सदा नानक हर जाप। कर्म करावन करनै हार, इसके हाथ कहाँ विचार। जैसी दृष्टि करे तैसा होए, आपे आप प्रभ सोए। आपे आप प्रभ सोए, जो किछ कीनो सो अपनै रंग। सब ते दूर सबहु कै संग, बूझै देखै करै विवेक। आपै एक आपै अनेक, मरै ना बिनसै आवै ना जाए। नानक सदहि रह्या समाए, मरै ना बिनसै आवै ना जाए। नानक सदहि रह्या समाए। वाहिगुरू जी का खालसा, वाहिगुरू जी की फतेह। परम सम्मान सत्कार योग बाणी गुरुदेव तन तन गुरु ग्रंथ साहिब जी, गुरु के हजूर हाजरीन सत्संग जियो। इस पावन स्थान ते सी शाम के समय गौड़ी सुखमनी ये पवित्र पावन रचना गुरु अर्जन साहिब जी का संदेश विचारते हाँ। इस विच आप जी ने 12 नंबर अष्टपदी विचों 5 ते 6 नंबर पदा सरवण किया है, जिहदे खास करके शुरुआत जिवें श्लोक तो हुई सी कि बड़े बड़े अहंकारियां नानक गर्भ गले। अहम वृत्ति बंदे को मारती है। उसके बारे साहब ने बड़े विस्तार दे विच पदार्थक अहंकार का पहला जिक्र किया, धार्मिक तौर पर किए जा रहे क्रिया कर्मां के अहंकार का उस तो बाद जिक्र किया। फिर अपन भावें फिजिकल ने, मैंटल ने, स्पिरिचुअल ने, कोई प्राप्तियां ने, जो बंदा उन्होंने अहंकार करता है वो किमें बंदे उसका नुकसान होता है, उन्होंने सही रूप में समझ नहीं पाता। वो बारे बीते बात हुई सी। हम शायद जिक्र करते हैं क्योंकि बेनती की सी कि लोभ मूल वकार है। लोभ में फिर ब्रांचेस हैं, इन्हों की फिर एक ब्रांच अहंग रूप में कन्वर्ट होती है। लोभ हौली अहंग वृत्ति च तब्दील होता है। साहब वो थोड़ा विस्तार दे रहे हैं इतने, थोड़ी जी एक अलग तरह की एक डायमेंशन साढ़े सामने रखते हैं।
ਜ਼ਿਕਰ ਜਿਹੜਾ ਆ ਰਿਹਾ ਸੀਗਾ, ਸਹਿਸ ਖਟੇ ਲਖ ਕੋ ਉਠਤਾ ਹੈ। ਦੇਖੋ ਦੋ ਚੀਜ਼ਾਂ ਨੇ, ਮਨੁੱਖੀ ਜ਼ਿੰਦਗੀ ਦੇ ਵਿੱਚ ਅਗਾਂਹ ਵਧੂ ਖਿਆਲ ਹੋਣਾ, ਤਰੱਕੀ ਵਾਸਤੇ ਯਤਨਸ਼ੀਲ ਹੋਣਾ, ਇਹ ਮਾਨਵੀ ਜੀਵਨ ਅਤੇ ਇਸ ਧਰਤੀ ਦੇ ਅਗਰਸਰ ਪਸਾਰੇ ਤੇ ਡਿਵੈਲਪਮੈਂਟ ਲਈ ਬੜਾ ਲਾਜ਼ਮੀ ਹੈ। ਇਹਨੂੰ ਮਹਾਰਾਜ ਨੇ ਕਦੀ ਨਹੀਂ ਰੋਕਿਆ। ਜਿਸ ਗੁਰੂ ਪਾਤਸ਼ਾਹ ਦੀ ਆਪਣੀ ਬਾਣੀ ਤੁਸੀਂ ਪੜ੍ਹੋ, ਜਿਹਦੇ 'ਚ ਇਹ ਕਿਹਾ ਗਿਆ, ਉਦਮ ਕਰਿੰਦਿਆਂ ਜੀਉ ਤੂੰ। ਲੋਕੀ ਇੱਕ ਜਿਉਂਦੇ ਬੰਦੇ ਨੂੰ ਡਿਫਾਈਨ ਹੋਰ ਤਰ੍ਹਾਂ ਕਰਦੇ ਨੇ। ਲੋਕੀ ਕਹਿੰਦੇ ਨੇ ਕਿ ਆਹ ਫਲਾਂ ਆਦਮੀ ਜਿਉਂਦਿਆਂ 'ਚ ਨਾਲ ਖਾਂਦਾ ਹੈ, ਕਿਉਂ ਸਵਾਸ ਚੱਲਦਾ ਹੈ, ਖਾਂਦਾ ਪੀਂਦਾ ਹੈ। ਮਹਾਰਾਜ ਕਹਿੰਦੇ ਮੈਂ ਨਹੀਂ ਗਿਣਦਾ, ਮੈਂ ਗਿਣਨਾ ਉਸ ਨੂੰ ਜਿਹੜਾ ਆਪਣੀ ਲਾਈਫ ਨੂੰ ਐਫਰਟਫੁਲ ਬਣਾਉਂਦਾ ਹੈ, ਜਿਹਦੀ ਜ਼ਿੰਦਗੀ ਦੇ ਵਿੱਚ ਐਫਰਟਸ ਨੇ, ਯਤਨ ਹੈ, ਪ੍ਰਯਾਸ ਹੈ, ਜਿਹੜਾ ਬੜਾ ਹਾਰਡ ਲੈਵਲ ਦੇ ਵਿੱਚ ਆਪਣੀ ਮੁਸ਼ੱਕਤਾਂ ਪਾਉਂਦਾ ਹੈ, ਉਹਦੀ ਬਾਤ ਕੀਤੀ ਹੈ। ਉਦਮ ਕਰਿੰਦਿਆਂ ਜੀਉ ਤੂੰ। ਸਭ ਕਹਿੰਦੇ ਨਾਲ ਜੀਵਨ ਮਿਲਦਾ ਹੈ। ਫਿਰ ਕਮਾਉਂਦਿਆਂ ਸੁਖ ਪੁੰਜ। ਜੇ ਸੁਖ ਕਮਾਉਣੇ ਨੇ ਤੇ ਭਾਈ ਫਿਰ ਤੇ ਕਮਾਈ ਕਰਨੀ ਪਏਗੀ, ਫਿਰ ਤੇ ਮਿਹਨਤ ਕਰਨੀ ਪਏਗੀ, ਮੁਸ਼ੱਕਤ ਕਰਨੀ ਪਏਗੀ। ਇਹਦੇ ਤੋਂ ਬਿਨਾਂ ਸੁਖ ਨਹੀਂ ਭੋਗਿਆ ਜਾ ਸਕਦਾ। ਇਹਨੂੰ ਹੋਰ ਦੇਖੋ, ਜਿਵੇਂ ਬਹੁਤ ਸਾਰੇ ਦਾਨਸ਼ਮੰਦ ਜਿਹੜੇ ਲਫ਼ਜ਼ਾਂ ਦੇ ਜਾਦੂਗਰ ਨੇ, ਜਿਹੜੇ ਅਲਫਾਜ਼ਾਂ ਨੂੰ ਬੜੇ ਸੋਹਣੇ ਅੰਦਾਜ਼ ਵਿੱਚ ਪਰੋਸਦੇ, ਜਿਹਨੂੰ ਚੀਜ਼ ਸਾਨੂੰ ਅਪੀਲ ਕਰਦੀ, ਸਾਡੇ ਚੇਤਨਤਾ ਦੀ ਸਿੱਖਿਆ ਚਲੀ ਜਾਂਦੀ ਹੈ। ਉਹ ਕਹਿੰਦੇ ਨੇ ਰਿਜ਼ਕ ਆਫਰੀਨ ਹੋਣ ਦੇ, ਰਿਜ਼ਕ ਕਮਾਉਣ ਦੇ, ਰਿਜ਼ਕ ਦੇ ਮਾਲਕ ਬਣਨ ਦੇ, ਇੰਜ ਕਹਿ ਲਓ ਜਿਹੜੀ ਪ੍ਰੋਸਪੈਰਿਟੀ ਹੈ ਉਹਨੂੰ ਅਰਨ ਕਰਨ ਦੇ ਦੋ ਮੁੱਖ ਤਰੀਕੇ। ਪਹਿਲਾ ਤਰੀਕਾ, ਬੰਦਾ ਆਪਣੇ ਆਪ ਵਿੱਚ ਗੁਣ ਪੈਦਾ ਕਰੇ। ਜਿਵੇਂ ਰਿਜ਼ਕ ਕਮਾਉਣਾ ਹੈ, ਤੁਸੀਂ ਗੁਣ ਅਖਤਿਆਰ ਕਰੋ। ਗੁਣ ਅਖਤਿਆਰ ਕਰਨ ਤੋਂ ਮਾਇਨੇ ਕੀ ਨੇ? ਆਪਾਂ ਦੇਖਦੇ ਹਾਂ ਬੱਚੇ ਨੇ, ਅਸੀਂ ਉਹਨਾਂ ਦਾ ਬਚਪਨ ਦੇ ਵਿੱਚ ਜ਼ੋਰ ਲਾ ਕੇ ਚੰਗੇ ਸਕੂਲਾਂ 'ਚ ਪੜ੍ਹਾਉਂਦੇ ਹਾਂ, ਜੋ ਬੰਦੀ ਦਹਿਲੀ 'ਤੇ ਜਾ ਕੇ ਉਹਨੂੰ ਮਿਹਨਤ ਕਰਨ ਲਈ ਪ੍ਰੇਰਦੇ ਹਾਂ, ਮੁਸ਼ੱਕਤ ਕਰਾਉਂਦੇ ਹਾਂ। ਕਰਦੇ ਇੱਕ ਬੱਚੇ ਨੇ ਆਪਣੀ ਜ਼ਿੰਦਗੀ ਦੇ ਪਹਿਲੇ 20, 22, 25, 26, 27, 28 ਸਾਲ ਚੰਗੀ ਮਿਹਨਤ ਕਰਕੇ ਗੁਜ਼ਾਰੇ। ਕੋਈ ਪ੍ਰੋਫੈਸ਼ਨਲ ਬਣ ਗਿਆ, ਸਪੋਜ਼ ਕਰੋ ਮੈਡੀਕਲ ਪ੍ਰੋਫੈਸ਼ਨਲ ਬਣ ਗਿਆ, ਕੋਈ ਹੋਰ ਕੋਈ ਪ੍ਰੋਫੈਸ਼ਨਲ ਬਣ ਗਿਆ, ਇੰਜੀਨੀਅਰ ਬਣ ਗਿਆ, ਕਿਸੇ ਲੈਵਲ ਦੇ ਵਿੱਚ IT ਐਕਸਪਰਟ ਹੋਵੇ, ਕੋਈ ਵੀ ਚੀਜ਼ ਉਹਨੇ ਲੈ ਲਈ। ਹੁਣ ਹੋਏਗਾ ਕਿ ਜਦੋਂ 27, 28 ਸਾਲ ਦੀ ਉਸ ਉਮਰ ਤੱਕ ਪਹੁੰਚੇਗਾ, ਉਹਨੇ ਗੁਣ ਗ੍ਰਹਿਣ ਕਰ ਲਿਆ। ਇਸ ਤੋਂ ਬਾਅਦ ਕੀ ਹੋਣਾ? ਹੁਣ ਰਿਜ਼ਕ ਉਹਦਾ ਪਰਛਾਵਾਂ ਬਣ ਕੇ ਤੁਰੇਗਾ। ਜਿੱਧਰ ਜਾਏਗਾ ਰਿਜ਼ਕ ਮਗਰ ਪਰਛਾਵਾਂ ਬਣ ਕੇ। ਇਹ ਹੈ ਗੁਣ ਗ੍ਰਹਿਣ ਕਰ, ਰਿਜ਼ਕ ਆਫਰੀਨ ਹੋਏਗਾ, ਰਿਜ਼ਕ ਤੇਰੇ ਮਗਰ ਤੁਰੇਗਾ। ਹੁਣ ਇਹਦੇ ਮੁਕਾਬਲੇ ਇੱਕ ਦੂਸਰੀ ਸੋਚ ਹੈ, ਉਹਨੇ ਮਿਹਨਤ ਕੋਈ ਨਹੀਂ ਕੀਤੀ, ਗੁਣ ਕੋਈ ਨਹੀਂ ਖਟਿਆ, ਰਿਜ਼ਕ ਦੀ ਬੜੀ ਖਾਹਿਸ਼ ਹੈ। ਹੁਣ ਕਿਵੇਂ ਆਏ ਜੀ? ਰਿਜ਼ਕ ਤੇ ਚਾਹੀਦਾ, ਲੋੜੀਂਦਾ। ਲੋਕਾਂ ਨੇ ਘਰ ਲੈ ਲਏ, ਨਵੀਆਂ ਗੱਡੀਆਂ ਲੈ ਲਈਆਂ, ਉਹਨਾਂ ਦਾ ਲਾਈਫ ਸਟਾਈਲ ਲਗਜ਼ਰੀਅਸ ਹੋ ਗਿਆ, ਮੈਨੂੰ ਵੀ ਚਾਹੀਦਾ ਹੈ। ਫਿਰ ਉਹਦੇ ਕਹਿੰਦੇ ਇੱਕ ਤਰੀਕਾ ਹੋਰ ਵੀ ਹੈ। ਉਹ ਕੀ ਹੈ? ਜਾਂ ਤੇ ਬੰਦਾ ਗੁਣ ਗ੍ਰਹਿਣ ਕਰੇ ਤੇ ਗੁਣ ਨਾਲ ਰਿਜ਼ਕ ਕਮਾਏ। ਜਦੋਂ ਉਹ ਗੁਣ ਰਿਜ਼ਕ ਆਏਗਾ, ਉਹ ਪ੍ਰਫੁੱਲਤ ਹੋਏਗਾ, ਉਹ ਚੰਗੇਰਾ ਹੋਏਗਾ, ਉਹ ਸਮਾਜਿਕ ਤੌਰ ਤੇ ਵੀ ਵਡਿਆਈ ਦਿਵਾਏਗਾ, ਆਤਮਿਕ ਤੌਰ ਤੇ ਵੀ ਸੁੱਖ ਸਕੂਨ ਦੇ ਦੇਗਾ। ਮਗਰ ਇੱਕ ਤਰੀਕਾ ਹੋਰ ਵੀ ਹੈ, ਉਹ ਇਹ ਹੈ ਕਿ ਗੁਣ ਤੇ ਕੋਈ ਨਹੀਂ, ਪਰ ਰਿਜ਼ਕ ਦੀ ਖਾਹਿਸ਼ ਬੜੀ ਹੈ। ਫਿਰ ਕਹਿੰਦੇ ਨੇ ਗੁਣ ਨਹੀਂ ਤੇ ਕੋਈ ਗੱਲ ਨਹੀਂ, ਗੁਨਾਹ ਕਰ। ਇਹ ਤਰੀਕਾ ਹੈ। ਰਾਤੋਂ ਰਾਤ ਅਮੀਰ ਬਣਨ ਦੇ ਸ਼ਬਦ ਬਾਗ ਵੇਖਣ ਵਾਲੇ ਲੋਕ ਇਹਨਾਂ ਸਾਡੇ ਸਮਾਜ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਦੇ, ਇਸੇ ਲਈ ਇਹਨਾਂ ਵਿਕਦਾ ਤੁਹਾਡੇ ਸਾਹਮਣੇ। ਕੋਈ ਦੂਜੇ ਚੌਥੇ ਦਿਨ ਤੁਸੀਂ ਕੋਈ ਨਾ ਕੋਈ ਖਬਰ ਸੁਣ ਰਹੇ ਹੋ, ਚੌਲ ਆ ਰਹੇ ਨੇ, ਵਿੱਚ ਆ ਰਹੇ ਨੇ, ਫਲਾਂ ਜਗ੍ਹਾ ਤੇ ਫਲਾਂ ਇੱਕ ਡਿਲੀਵਰੀ ਫੜੀ ਗਈ ਇਸ ਰੂਪ ਦੇ ਵਿੱਚ, ਇੰਨੇ ਲੱਖ ਦਾ, ਇੰਨੇ ਕਰੋੜ ਦਾ, ਇੰਨੇ ਜਿਹੜਾ ਹੈ ਮਿਲੀਅਨ ਦਾ ਇਸ ਰੂਪ ਦੇ ਵਿੱਚ। ਇਹਦੇ ਮਾਇਨੇ ਇਹ ਨੇ, ਇਹ ਉਹ ਦੁਨੀਆ ਹੈ, ਉਹ ਲੋਕ ਨੇ ਜਿਹੜੇ ਰਿਜ਼ਕ ਚਾਹੁੰਦੇ ਵੀ ਓਵਰਨਾਈਟ ਸ਼ਾਰਟਕਟ। ਗੁਣ ਕੋਈ ਨਹੀਂ, ਗੁਨਾਹ ਕਰਨਾ ਹੈ, ਗੁਨਾਹਾਂ ਦੇ ਸਿਰੇ ਦੇ ਉੱਤੇ ਬੰਦਾ ਰਿਜ਼ਕ ਕਮਾ ਲੈਂਦਾ ਹੈ। ਮੈਂ ਜੀ ਬੇਨਤੀ ਕਰਾਂ, ਕਿਉਂਕਿ ਅਸੀਂ ਡਾਟਾ ਬੇਸਡ ਜਿਹੜੇ ਖਾਸ ਕਰਕੇ ਡਰੱਗਸ ਦੀ ਇਨਫੋਰਮੇਸ਼ਨ ਹੈ, ਇਹਦੇ ਤੇ ਕਈ ਵਾਰੀ ਅਸਾਈਨਮੈਂਟਸ ਦੇ ਤੌਰ ਤੇ ਕੰਮ ਕਰਦੇ ਹਾਂ। ਕੁਝ ਬਹੁਤ ਸਾਰੀ ਇਨਫੋਰਮੇਸ਼ਨ ਸਾਨੂੰ ਪ੍ਰਾਪਤ ਹੁੰਦੀ ਹੈ। ਜਿਹੜਾ ਐਲਿਸਿਟ ਜਾਂ ਜਿਹੜਾ ਸਟਰੀਟ ਡਰੱਗ ਹੈ, ਜਿਹੜਾ ਇਲੀਗਲ ਡਰੱਗ ਹੈ, ਜਿਹੜਾ ਫੜਿਆ ਜਾਂਦਾ ਹੈ, ਇਹਦੇ ਬਾਰੇ ਮੰਨਿਆ ਜਾਂਦਾ ਹੈ ਇਟਸ ਜਸਟ ਏ ਟਿਪਸ ਆਫ ਬਰਗਰ, ਸਿਰਫ ਇੱਕ ਛੋਟਾ ਜਿਹਾ ਹਿੱਸਾ ਹੈਗਾ ਇੱਕ ਬਹੁਤ ਵੱਡੀ ਖੇਪ ਦਾ। ਜੇ ਸਾਰਾ ਹੀ ਫੜਿਆ ਜਾਏ ਤੇ ਸਟਰੀਟ ਤੇ ਡਰੱਗ ਹੀ ਨਾ ਹੋਵੇ। ਇਹਦੇ ਮਤਲਬ ਬਹੁਤ ਥੋੜਾ ਜਿਹਾ ਹਿੱਸਾ ਜਿਹੜਾ ਫੜਿਆ ਜਾ ਰਿਹਾ, ਇੱਕ ਵੱਡਾ ਹਿੱਸਾ ਜਿਹੜਾ ਵੰਡਿਆ ਜਾ ਰਿਹਾ, ਲਗਾਤਾਰ ਚੱਲ ਰਿਹਾ ਉਸ ਰੂਪ ਵਿੱਚ, ਲਗਾਤਾਰ ਫੈਲਾਅ ਦੇ ਵਿੱਚ ਆ ਰਿਹਾ। ਇਸ ਸਾਰੇ ਆਸ਼ਰ ਜਦੋਂ ਅਸੀਂ ਸਾਹਮਣੇ ਰੱਖਦੇ ਹਾਂ, ਫਿਰ ਪਤਾ ਲੱਗਦਾ ਹੈ ਕੁਝ ਲੋਕ ਫੜੇ ਜਾਂਦੇ ਨੇ, ਇੱਕ ਵੱਡਾ ਤਬਕਾ ਆਪਣੇ ਆਪ ਨੂੰ ਕਾਮਯਾਬੀ ਮੰਨਦਾ,
ਉਹ ਕਹਿੰਦਾ ਵੀ ਮੇਰੀ ਮੈਂ ਇਸ ਰੂਪ ਦੇ ਵਿੱਚ ਜਿਹੜਾ ਕਿਸੇ ਤਰੀਕੇ ਨਾਲ ਬੇਵਕੂਫ ਬਣਾ ਲਿਆ, ਸਿਕਿਉਰਿਟੀ ਸਿਸਟਮ ਨੂੰ, ਲੀਗਲ ਸਿਸਟਮ ਜੇ ਕਿਸੇ ਤਰੀਕੇ ਨਾਲ ਮੈਂ ਵੇਚ ਗਿਆ, ਮੈਂ ਬਣਾ ਗਿਆ। ਹੁਣ ਇਹ 'ਚ ਇੱਕ ਹੋਰ ਬਾਤ ਵੀ ਕਹੀ ਗਈ ਕਈ ਵਾਰੀ, ਉਹ ਬਾਤ ਇਹ ਹੈ ਲਓ ਪੈਸਾ ਹੋਣਾ ਚਾਹੀਦਾ, ਕੌਣ ਪੁੱਛਦਾ ਕਿੱਥੋਂ ਆਇਆ। ਤੁਸੀਂ ਕਦੀ ਵੀ ਦੇਖੋ, ਮੈਂ ਕੋਈ ਬਾਜ਼ਾਰ 'ਚ ਸਮਾਨ ਖਰੀਦਣ ਜਾਣਾ, ਸਪੋਜ਼ ਕਰੋ ਮੈਂ ਬ੍ਰੈਡ ਹੀ ਲੈ ਕੇ ਆਉਣੀ ਜਿਹੜੀ ਹੈ, ਲੋਫ ਬ੍ਰੈਡ ਦੀ ਖਰੀਦਣੀ ਹੈ, ਤੇ ਮੈਂ ਉਹਦੇ ਕੋਲੋਂ ਲੈਣਾ ਵਾ, ਤੇ ਜਿਹੜਾ ਖਾਸ ਕਰਕੇ ਪੈਸੇ ਲੈਣ ਵਾਲਾ ਅਟੈਂਡਰ ਹੈ ਜਾਂ ਉੱਥੇ ਜੋ ਅਸਿਸਟ ਕਰਦਾ ਕਾਊਂਟਰ ਦੇ ਉੱਤੇ, ਉਹਨੇ ਮੈਨੂੰ ਇਹ ਥੋੜਾ ਪੁੱਛਣਾ ਵੀ $4 ਕਿੱਥੋਂ ਕਮਾਏ ਨੇ ਤੁਸੀਂ। ਇਟਸ ਨੋਟ ਹਿਸ অর ਹਰ ਜੌਬ, ਉਹਦੀ ਜੌਬ ਨਹੀਂ ਹੈਗੀ ਇਹ। ਕਹਿੰਦਾ ਪੈਸਾ ਚਾਹੀਦਾ, ਜਿੱਥੋਂ ਮਰਜ਼ੀ ਹੋਏ ਪੈਸਾ ਲਿਆ ਤੇ ਤੂੰ ਚੀਜ਼ ਲੈ ਜਾ, ਸਮਾਨ ਲੈ ਜਾ, ਕਾਰ ਘਰ ਜੋ ਚੀਜ਼ ਖਰੀਦਣੀ। ਇਹਨੂੰ ਫਿਰ ਦਾਨਿਸ਼ਮੰਦ ਲੋਕਾਂ ਦੇ ਲਫ਼ਜ਼ਾਂ 'ਚ ਪਾਇਆ। ਉਹ ਕਹਿੰਦੇ ਜਿਹੜੀ ਇਹੋ ਜਿਹੀ ਕਮਾਈ ਹੈ, ਇਹ ਕਮਾਈ ਅਸਲ ਵਿੱਚ ਕਿੱਕਰਾਂ ਦੇ ਬੀਜਾਂ ਦੀ ਵਰਗੀ ਹੈ। ਤੁਸੀਂ ਕਿੱਕਰਾਂ ਦੇ ਬੀਜ ਦੇਖੋ, ਜਦੋਂ ਬੀਜ ਰੂਪ ਵਿੱਚ ਹੁੰਦੇ ਨੇ ਬੜੇ ਮੁਲਾਇਮ ਹੁੰਦੇ। ਜਦੋਂ ਬੰਦਾ ਗਲਤ ਢੰਗ ਦੇ ਨਾਲ ਝੂਠ ਬੋਲ ਕੇ, ਜ਼ਮੀਰ ਫਰੋਸ਼ ਹੋ ਕੇ, ਨਸ਼ਾ ਹੋਰ ਸਮਾਜ ਵਿੱਚ ਗਲਤ ਹਰਕਤ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਰਿਜ਼ਕ ਲੈ ਕੇ ਆਉਂਦਾ ਹੈ, ਇੱਕ ਵਾਰੀ ਖੁਸ਼ੀ ਤੇ ਬੜੀ ਹੁੰਦੀ ਹੈ, ਮਿਲਦਾ ਲੋਕ ਤੇ ਐਵੇਂ ਮਰ ਗਏ, ਇਹਨਾਂ ਦਾ ਸਮਾਂ ਮਿਹਨਤ ਕਰਦੇ, ਆਪਾਂ ਤੇ ਬਣਾ ਲਿਆ, ਓਵਰਨਾਈਟ ਬਣਾ ਲਿਆ, ਇੰਨਾ ਬਣਾ ਲਿਆ। ਉਹ ਕਹਿੰਦੇ ਬਿਲਕੁਲ ਠੀਕ ਹੈ, ਇਹ ਇੰਝ ਹੈ ਜਿਵੇਂ ਕਿੱਕਰਾਂ ਦੇ ਬੀਜ ਨੇ, ਤੁਸੀਂ ਹੱਥ 'ਚ ਫੜਦੇ ਹੋ ਬੜੇ ਮੁਲਾਇਮ ਲੱਗਦੇ ਨੇ, ਜੇਬ ਵਿੱਚ ਪਾਉਂਦੇ ਹੋ ਬੜੇ ਮੁਲਾਇਮ, ਕੋਈ ਕੰਡੇ ਨਹੀਂ ਉਹਨਾਂ ਬਹੁਤ ਮੁਲਾਇਮ। ਪਰ ਹਾਂ ਜਦੋਂ ਤੁਸੀਂ ਜ਼ਮੀਨ ਦੀ ਜਿਹੜੀ ਹੈ ਆਗੋਸ਼ ਵਿੱਚ ਦੇ ਦਿੱਤਾ, ਜ਼ਮੀਨ ਦੀ ਗੋਦ ਵਿੱਚ ਦੇ ਦਿੱਤਾ ਉਹਨਾਂ ਨੂੰ, ਫਿਰ ਉਹ ਮੁਲਾਇਮ ਨਹੀਂ ਰਹਿਣੇ। ਜਿਵੇਂ ਹੀ ਉਹਨਾਂ ਨੂੰ 2-4 ਪੱਤ ਨਿਕਲਣਗੇ, ਪੱਤੇ ਭਾਵੇਂ 4 ਹੋਣ, ਨਾਲ ਕੰਡੇ ਵੀ 2 ਜ਼ਰੂਰ ਹੋਣ, ਨਾਲ ਦੀ ਨਾਲ ਕੰਡੇ ਉੱਗਣੇ ਸ਼ੁਰੂ ਹੋ ਜਾਣਗੇ। ਇਹ ਹਕੀਕਤ ਹੈ। ਜਦੋਂ ਇਹੋ ਜਿਹਾ ਰਿਜ਼ਕ, ਇਹੋ ਜਿਹਾ ਪੈਸਾ ਘਰਾਂ ਥਾਵਾਂ ਤੇ ਲੱਗਦਾ ਹੈ, ਉਹਦੇ ਚ ਜੋ ਉਪਜਦਾ ਹੈ ਉਹ ਬਹੁਤ ਚੰਗੇਰਾ ਨਹੀਂ ਹੁੰਦਾ। ਦਾਨੇ ਲੋਕ ਕਹਿੰਦੇ ਨੇ ਆਪਣੇ ਜਿਹੜੀ ਘਰ ਆ ਰਹੀ ਕਮਾਈ ਉਹਦੇ ਵੱਲ ਧਿਆਨ ਦੇ, ਜਿਹੜਾ ਪੈਸਾ ਆ ਰਿਹਾ ਉਹਦੇ ਵੱਲ ਧਿਆਨ ਦੇ, ਇਸ ਚੀਜ਼ ਵੱਲ ਧਿਆਨ ਦੇ, ਇਹਦੇ ਵਿੱਚ ਜੋ ਤੂੰ ਕੀਤਾ, ਜੋ ਤੂੰ ਪਾਇਆ ਹੈ, ਆਪਣੇ ਵੱਲ 100% ਮੁਸ਼ੱਕਤ ਹੋਏ ਤੇਰੀ। ਤੂੰ ਐਸਾ ਨਾ ਹੋਏ ਇਸ ਰੂਪ ਵਿੱਚ। ਸਾਹਿਬ ਮਹਾਰਾਜ ਕਹਿੰਦੇ ਉਦਮ ਕਰੇਂਦਿਆਂ ਜੀਵ ਤੂੰ ਕਮਾਉਂਦਿਆਂ ਸੁਖ ਪੁੰਚ। ਕੌਣ ਕਹਿੰਦਾ ਤੇਰੇ ਘਰ ਸੁਖ ਨਾ ਹੋਣ, ਹਰ ਸੁਖ ਹੋਏ, ਹਰ ਸੁਖ ਮੁਯੱਸਰ ਹੋਏ ਸਿੱਖ ਨੂੰ, ਉਹ ਹੋਏ ਕਮਾਈ ਦੇ। ਕਮਾਈਆਂ ਕਰ, ਉਹਦੇ ਪ੍ਰਤੀ ਮਿਹਨਤਾਂ ਕਰ, ਕਿਸੇ ਲੈਵਲ ਤੇ ਕੋਈ ਤੇਰਾ ਕੀਤਾ ਹੈ ਮਿਹਨਤ ਦਾ, ਹਾਰਡ ਲੇਬਰ ਕਰਨ ਦਾ ਹੈ, ਹੋ ਸਕਦਾ ਦਿਮਾਗੀ ਕਾਰਜ ਕਰਨ ਦਾ, ਹੋ ਸਕਦਾ ਕੋਈ ਹੋਰ ਹੁਨਰ ਆਮਦਾ ਦਾ, ਕੋਈ ਹੋਏ ਪਰ ਕਰ। ਇਹਨੂੰ ਸਭ ਨੇ ਇਸ ਰੂਪ ਵਿੱਚ ਲੈ ਕੇ ਆਇਆ। ਇਹਦੇ ਨਾਲ ਇਹ ਵੀ ਬਾਤ ਕਹੀ ਕਿ ਜਿਵੇਂ ਅੱਜ ਕੋਈ 10 ਕਮਾ ਰਿਹਾ ਹੈ, 10 ਤੇ ਨਾ ਰਹੇ, 20 ਤੇ ਆ ਜਾਏ, 30 ਤੇ ਆ ਜਾਏ, 50 ਤੇ ਆ ਜਾਏ, ਚੰਗੀ ਗੱਲ ਹੈ, ਤਰੱਕੀ ਹੋਏ। ਪਰ ਇਹਦੇ ਨਾਲ ਨਾਲ ਮਹਾਰਾਜ ਨੇ ਕਿਹਾ ਕਿਤੇ ਸੰਤੋਖ ਵੀ ਚਾਹੀਦਾ, ਕਿਉਂਕਿ ਜੀਵਨ ਜਿਹੜੀ ਹੈ ਇੱਕ ਐਸੀ ਰੇਸ ਹੈ, ਜਿਹੜਾ ਸਰਮਾਇਆ ਮਾਇਆ ਦਾ ਖੇਡ ਹੈ ਨਾ, ਇੱਕ ਐਸੀ ਖੇਡ ਹੈ, ਬੰਦਾ ਇਹਨੂੰ ਖੇਡਣੀ ਵੀ ਚਾਹੁੰਦਾ ਹੈ ਤੇ ਖੇਡਦਿਆਂ ਖੇਡਦਿਆਂ ਐਸਾ ਉਲਝਦਾ ਹੈ, ਇਹਨੂੰ ਤਿਆਗਣ ਦਾ ਜਿਹੜਾ ਹੈ ਉਹ ਤਰੀਕਾ ਢੰਗ ਹੀ ਭੁੱਲ ਜਾਂਦਾ ਹੈ। ਮੈਂ ਕਦੋਂ ਵੀ ਸ਼ਾਇਦ ਕਦੇ ਬੇਨਤੀ ਕੀਤੀ ਹੋਏ, ਜਿਹੜਾ ਆਪਣਾ ਰੂਟੀਨ ਦੇ ਸਰੋਤੇ ਨੇ ਉਹਨੂੰ ਸ਼ਾਇਦ ਇਸ ਬਾਰੇ ਖਿਆਲ ਹੋਏਗਾ, ਲਿਖਣ ਵਾਲੇ ਨੇ ਭਾਈ ਵੀਰ ਸਿੰਘ, ਜੇ ਮੈਂ ਭੁਲੇਖਾ ਨਹੀਂ ਖਾਂਦਾ ਤਾਂ ਸ਼ਾਇਦ ਬਾਬਾ ਨੋਕ ਸਿੰਘ ਵਿੱਚ ਲਿਖੀ ਹੋਈ ਹੈ ਬਾਤ ਉਹਨਾਂ ਨੇ। ਇੱਕ आपने शायद लफ्ज़ सुनिया होना, मुंद, बहुत पहले दिन असीं लड़ीवार सवेर की कथा शुरू की सी, उदों लफ्ज़ आया सीगा मुंद यानी या लड़ीए, कुछ इस रूप में शब्द आ रहे थे श्री राम का, उस असीं थोड़ी जी विवेचना भी कर रहे थे। खैर मुंद लफ्ज़, मुंद तो मुराद हुंदा है जिस बच्ची नूं ਵਿਆਹ ਦੀ ਉਮਰ ਵਿੱਚ ਆਮਦ ਹੋ ਜੇ ਉਹਨੂੰ ਮੁੰਦ ਕਿਹਾ ਜਾਂਦਾ ਸੀ। ਇੱਕ ਟੀਨੇਜਰ ਏਜ ਤੋਂ ਗੁਜ਼ਰਦੀ ਹੋਈ ਬੱਚੀ, ਉਸ ਉਮਰ ਦੇ ਵਿੱਚ ਪੜ੍ਹਾਈਆਂ ਬੱਚਿਆਂ ਨੂੰ ਕਰਾਉਣੀਆਂ, ਇਹ ਸਭ ਚੀਜ਼ਾਂ ਇਹ ਬਹੁਤ ਥੋੜੇ ਜਿਹੇ ਸਮੇਂ ਤੋਂ ਸ਼ੁਰੂਆਤ ਹੋਈ, ਖਾਸ ਕਰਕੇ ਲੜਕੀਆਂ ਦੇ ਪੱਖ ਤੋਂ। ਲੜਕੀਆਂ ਨੂੰ ਬਹੁਤ ਆਇਤ ਰੂਪ ਵਿੱਚ ਜ਼ੋਰ ਪਾਇਆ ਜਾਂਦਾ ਸੀ ਘਰ ਦਾ ਕੰਮ ਸਿੱਖ ਲੈਣ, ਉਹ ਕਾਰਗੁਜ਼ਾਰੀ ਘਰ ਦੀ ਕਰ ਲੈਣ, ਬਸ ਇੰਨੀ ਬਹੁਤ ਹੈ। ਅਕਸਰ ਇਹ ਹੁੰਦਾ ਸੀ ਕਿਉਂਕਿ ਜਿਹੜਾ ਲੀਗਲ ਸਿਸਟਮ ਵਿੱਚ ਲੜਕੀਆਂ ਦੀ ਇੱਕ ਏਜ ਬਾਉਂਡ ਕੀਤੀ ਗਈ, ਇਸ ਤੋਂ ਬਿਨਾਂ ਇਸ ਉਮਰ ਤੋਂ ਪਹਿਲਾਂ ਵਿਆਹ ਨਹੀਂ ਹੋ ਸਕਦਾ, ਚੀਜ਼ਾਂ ਨਹੀਂ ਹੋ ਸਕਦੀਆਂ। ਇਹ ਵੀ ਅੰਗਰੇਜ਼ਾਂ ਦੇ ਲੀਗਲ ਸਿਸਟਮ ਦੀ ਆਮਦ ਤੋਂ ਬਾਅਦ ਹੋਇਆ। ਉਦੋਂ ਪਹਿਲਾਂ ਕੀ ਸੀਗਾ ਕਿ ਜਿਸ ਲੜਕੀ ਦੀ ਵਿਆਹ ਵਗੈਰਾ ਦੀ ਉਮਰ ਜਾਂ ਵਿਆਹ ਦਾ ਉਹਦਾ ਜਿਹੜਾ ਸੀਗਾ ਨਿਰਧਾਰਨ, ਉਹਦੇ ਘਰ ਗ੍ਰਸਤੀ ਸਾਂਭਣ ਦੇ ਉਹਦੀ ਇੱਕ ਯੋਗਤਾ ਤੇ ਹੁੰਦਾ ਸੀ, ਇਹ ਯੋਗ ਹੋ ਗਈ ਸਾਂਭ ਲੇਗੀ, ਇਹ ਅੱਗਾ ਘਰ ਵਸਾ ਸਕਦੀ, ਚਲਾ ਸਕਦੀ, ਇਸ ਰੂਪ ਵਿੱਚ ਮੰਨਿਆ ਜਾਂਦਾ ਸੀ। ਉਹਦੇ ਲਈ ਸਭ ਤੋਂ ਵੱਡੀ ਉਹਦੀ ਯੋਗਤਾ ਦਾ ਕਾਰਨ ਬਣਦਾ ਸੀ, ਉਹ ਬਣਦਾ ਸੀ ਚਰਖਾ। ਆਪ ਕਦੀ ਦੇਖੋ ਜਿੱਥੇ ਕਿਤੇ ਵੀ ਫੋਕ ਦੇ ਵਿੱਚ ਇਸਤਰੀ ਦੇ ਬੱਚੀ ਦੇ ਜਜ਼ਬਾਤਾਂ ਨੂੰ ਰਵਣ ਵਾਲੇ ਪਾਸੇ ਲੈ ਕੇ ਆਉਂਦਾ ਜਾਂਦਾ, ਉਹਦੇ ਚ ਚਰਖਾ ਹੁੰਦਾ, ਚਰਖਾ ਫੂਕਦਾ।
वो एहसास होता है कि हुण किसी रबड़ वाले पासे अपने जीवन दे विच उस खलूस ते मुहब्बत नूं मानण वाले पासे जाण दा उहदा एहसास अंदर प्रगट हो गया। इस करके चरखे दी इतनी उहदे जिक्र मिलदा उहदे अंदर। खैर चरखा एक मल्टी टास्क जॉब है, ये कोई सौखा काम नहीं। इक्को समय दे विच दोवां हत्थां ने काम करना है, मसल्स इनवॉल्व होने ने हत्थां दे, इहदे नाल जिहड़ा है पूरी तरह एक स्किल भी इनवॉल्व होनी है। फिर उस हुनर याबता दे विच कुछ होर चीज़ां भी ने। तुसीं एक पासे देखो चरखे दा गेड़ा घुमाउणी है ਉਹਦੇ ਹੱਥੇ ਤੋਂ, ਉਸ ਤੋਂ ਬਾਅਦ ਮਾਲ ਚੱਲਦੀ ਉਹ ਨਾ ਉਤਰ ਜੇ। ਫਿਰ ਅਗਲੇ ਪਾਸੇ ਤਕਲਾ ਹੈ, ਤਕਲੇ ਦੇ ਉੱਤੇ ਫਿਰ ਉਹਨੇ ਰੂੰ ਦੀ ਕੂਣੀ ਲਾਉਣੀ ਹੈ, ਫਿਰ ਉਹਨੇ ਚੱਕਣੀ ਹੈ ਇਸ ਤਰੀਕੇ ਦੇ ਨਾਲ। ਫਿਰ ਜਿਹੜਾ ਧਾਗਾ ਬਣ ਰਿਹਾ ਹੈ ਉਸ ਕੂਣੀ ਦੇ ਵਿੱਚੋਂ ਲਗਾਤਾਰ ਰੂੰ ਦੇ ਵਿੱਚੋਂ, ਫਿਰ ਉਹਨੂੰ ਹੱਥਾਂ ਦੇ ਵਿੱਚ ਉਹਦੇ ਇੰਨਾ ਜਿਹੜੀ ਐਕਸਪਰਟੀਜ਼ ਹੋਣੀਆਂ ਚਾਹੀਦੀਆਂ ਨੇ, ਉਹਨੂੰ ਪਤਾ ਲੱਗ ਜਾਏ ਧਾਗਾ ਪੂਰਾ ਹੋ ਗਿਆ, ਨਾ ਵਾਧੇ ਨਾ ਘਾਟ ਹੈ। ਫਿਰ ਉਹਨੂੰ ਦੁਬਾਰਾ ਗਲੋਟਾ ਬਣਾਉਣ ਵਾਸਤੇ ਉਹਨੂੰ ਜਿਹੜਾ ਹੈ ਤਕਲੇ ਦੇ ਉੱਤੇ ਵਲੇਟ ਦੇਣਾ, ਫਿਰ ਨਵਾਂ ਧਾਗਾ ਸ਼ੁਰੂ ਕਰਨਾ ਹੈ, ਨਾਲ ਜਿਹੜਾ ਮਾਲ ਦਾ ਖਿਆਲ ਰੱਖਣਾ ਪੂਰਾ ਦਾ ਪੂਰਾ। ਇਹ ਸਾਰਾ ਇੱਕ ਮਲਟੀ ਟਾਸਕ ਹੈ। बच्ची जिवें ही एक अपने थोड़ा जिहड़ा है जीवन नूं संभालदी है, वो थोड़ा कढ़ना पराउणा सिखदी है, उसदी सब तो वड्डी खाश हुंदी भी जिवें मेरी चाची चरखा कतदी है, मां कतदी है, ताई कतदी है, दादी कतदी है, मैं कितने कतन लगा। वो फिर यतन भी करती है, वो कई पूंजियां खराब करती है, रूं दे कई हिस्से खराब करती है, कई बारी चरखे दी माल का नुकसान कोई नुकसान करती, गालां झिड़कां भी खांदी है। फिर करदियां करदियां हौली हौली मां सिखाउंदी, दादी सिखाउंदी है, सिखदियां सिखदियां फिर एक दिन इस तरह महसूस हुंदा वो ज्यों बैठी है उन्होंने सही रंग जिहड़ा है धागा उठाना आ गया है उस पूनी तो, उन्होंने सही तरीके नाल गलोटे बनाने आ गए, बड़ा चाह चढ़दा है। हुण की हुंदा है वो सवेरे उठदी दूजे घर दे जी होर काम करदे चरखा डा लैंदी, क्योंकि कंफर्ट जिहड़ी स्किल जोन सीगी इहदे ते पहुंचण वास्ते उन्हें ट्राई कीती सी शुरू तो, उहदा ख्वाब सीगा, अज पहुंच गई इहदे विच। हुण की हुंदा सवेर तो चरखा डा के बहिंदी है, शाम पै जांदी है, सारे होर कामकार करन लग जांदे, कोई दीवा बाल के चरखा रात नूं कत्ती जांदी। वो कहिंदे जिन्हें चरखा कतना इन्ने जोर नाल, इन्ने यतन नाल, इन्ने प्रयास नाल सिੱਖਿਆ, हुण दी दिन रात इक्को चाहत हुण चरखा कतदी रही। ਅਸੀਂ ਸਾਰੇ ਇੱਥੇ ਬੈਠੇ ਹਾਂ, एक साडे सारिਆਂ ਦੀ एक ड्रीम जॉब सी, एक ड्रीम बिजनेस सी, एक ड्रीम साडी अर्निंग, साडा हैंड मजबूत करन दा साडा ख्वाब सीगा। एक दिन करदे ਅਸੀਂ ਉੱਥੇ पहुंच गए। ਜਦੋਂ पहुंच गए ना ਤੇ ਬੰਦਾ ਫਿਰ ਲਗਾਤਾਰ ਰੇਲ ਬਣਿਆ ਰਹਿੰਦਾ ਹੈ। ਦੂਜਾ ਕਹਿੰਦਾ ਵੀ ਹੁਣ ਥੋੜਾ ਆਰਾਮ ਕਰਿਆ ਕਰ, ਹੁਣ ਤਾਂ ਸੌਖਾ ਹੋ ਗਿਆ। ਉਹ ਕਹਿੰਦਾ ਕਿਵੇਂ ਦੱਸਾਂ, ਇਹਦਾ ਤੇ ਸੁਪਨਾ ਸੀਗਾ ਵੀ ਕਾਸ਼ ਇੰਨੇ ਬਣ, ਹੁਣ ਕਿਵੇਂ ਚੁੱਪ ਕਰ, ਹੁਣ ਤੇ ਭੱਜ ਕੇ ਕਰਦਾ ਹਾਂ, ਹੁਣ ਤੇ ਯਤਨ ਕਰਦਾ ਹਾਂ। ਹਾਲਾਂਕਿ जीवन का मकसद सिर्फ पैसा कमाना नहीं सीगा, जीवन का मकसद जिउना सीगा। जिवें तुसीं फस्ट जनरेशन जिहड़ी इमिग्रेंट्स दी हुंदी है ना, बहुती बारी वो जिउना भुल जाती है। ये बड़ी बड़ी त्रासदी होया कि आए, बड़ियां औखियां और जॉब्स कीतियां, औखे काम कीते, करदे किते कंफर्ट जोन च आए। हुण जदों कंफर्ट जोन च आए उदों ख्याल ये कीता सीगा कोई गल नहीं, सारियां अपनियां लीजर एक्टिविटीज, सारे अपने जिहड़ियां अंदर दियां ख्वाहिशां सीगियां, हॉबीज सीगियां, सब कुछ छड्ड दित्ती, कोई गल नहीं। जदों कंफर्ट जोन च आ गए फिर करांगे, फिर वो कमावांगे, फिर जिहड़ा है जदों कमा लवांगे फिर हंडावांगे, सब कुछ करदे उत्थे पहुंच गए। हुण जदों पहुंच गए, हुण उधरों ये दसदा भी जे काम छड्डिया ते इन्ना नुकसान हो गया, इन्ने पैसे, फिर पिछले नूं सोचदा कि इन्ने पैसे वास्ते मैं 8 घंटे काम करदा सी, घंटे च बन जांदे ने, क्यों छड्डां? बड़ा तशद्दुद से बिल्कुल नहीं छड्डना चाहिए। इस रूप में हुंदा की है, बंदा कमा भी लैंदा है, कमाई भी जाता है, जोड़ी भी जाता है, बनाई भी जाता है, जीवन को नहीं जाता। ये बहुत बड़ी त्रासदी है, खास करके फस्ट जनरेशन इमिग्रेंट्स दा। वो सब कुछ हुंदियां सुंदियां इंजॉय नहीं कर पाते, क्योंकि उन्होंने वो समा वेखिया जिस समय उन्होंने बड़ा तरद्दुद सिया सीगा, बड़ी मुश्किल, बड़ियां तकलीफां वेखियां सीगियां। वो फिर भाई वीर सिंह उत्थे लिखते हैं, उस मुंड नूं एक दिन फिर कहना पैंदा मां नूं, दादी नूं बैठ के भी बेटा तू ते चरखा दो हो, एक नहीं, बखरे हो गए। असीं ते संसारी कामकार दो हां। साडे आम करके मनुख तो मायने की हुंदे, वर्कोहली किहनूं कहंदे आ? इक्को ही अमल लग गया, काम 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 काम, बस कुछ भी नहीं। बंदे काम धरती ते तू करना है, रहना, जिउना है, पर सिर्फ जीवन का मकसद काम नहीं है। जीवन का मकसद पैसा नहीं है, जीवन का मकसद कुछ हो है। अज असीं देखते हैं साडे इंस्टीट्यूशनस देख लो, तुसीं साडीआं संस्थावां देख लो, कोई चीज़ कोई जगह देख लो, चंगे बंदियां दी घाट है। सोसाइटी च एवें थोड़ा हो सकदा चंगे बंदियां दी घाट हो। बड़ा बंदा चंगा सोसाइटी बैठा,
कोई अपना एक भी एक्स्ट्रा आवर देना ही नहीं चाहता, क्योंकि कोई अंदर बनी है बात के पास कमाई करनी है, निज अपने में जो वध तो वध मजबूत करना है, मनी वाइज साउंड हो जाना छेती तो छेती। आ चीज लग गई, मनी वाइज साउंड हो जाने सारे, होएगा कि सोसाइटी रहने के काबिल नहीं होगी। सोसाइटी कोई चंगेरा इंस्टीट्यूशन नहीं, कोई मान वाली चीज नहीं होगी, कोई कुछ नहीं होगा। इन्नी वड्डी कम्यूनिटी दे इन्ना वड्डा जिन्हां दे कोल सोर्सेस सब कुछ ने, कोई वधिया ਜਿਹੜੇ ਹੈ ਵਰਲਡ ਲੈਵਲ ਦੇ ਸੀ ਕੋਈ ਐਜੂਕੇਸ਼ਨ ਇੰਸਟੀਟਿਊਸ਼ਨ ਨਹੀਂ ਪੈਦਾ ਕੀਤੇ, ਸਾਡੇ ਪੁਰਖਿਆਂ ਨੇ ਕੀਤੇ, ਖਾਲਸਾ ਕਾਲਜ ਪੈਦਾ ਕੀਤੇ, ਵੱਡੀਆਂ ਵੱਡੀਆਂ ਸੰਸਥਾਵਾਂ। ਇਹ ਤਰੱਕੀ ਲਈ ਬੜਾ ਜ਼ਰੂਰੀ ਹੈ, ਲਾਜ਼ਮੀ ਚਾਹੀਦਾ ਹੈ, ਪਰ ਨਰੋੜ ਤਰੱਕੀ ਸਿਰਫ ਤੇ ਸਿਰਫ ਆਪਣਾ ਨਿੱਜ ਕਮਾਉਣ ਵਿੱਚ ਨਹੀਂ। ਜਿਹੜੀ ਤਰੱਕੀ ਅਸਲ ਅਰਥਾਂ ਦੇ ਵਿੱਚ ਹੈ, ਇੱਕ ਆਪਣੀ ਕੰਫਰਟ ਜ਼ੋਨ ਖਤਮ ਕੀਤੀ ਜਾਏ, ਫਿਰ ਦਿੱਤਾ ਜਾਏ ਵਾਪਸ। मैं बीते रोज बात कर रहा था, देखो दुनिया से बड़ा ज्ञान है, बड़ी समझ पई, बंदा लैने वाला हो। सिक्खी का मोटो पता की है? सिक्खी का मोटो है गुना का होवे वासुदा कट वास दे विच। ऐसा भांडा बन जिहड़ा सिर्फ गुण ग्रहण करे, कितों भी मिल उधारे भी लै विच पाओ मंग मंग। बीती रात से बात कर सी मौलाना रूमी दी, एक सूफियां दा एक पूरा सैक्ट है, तबका है। कभी आप तुर्की वगैरह गए हो, इस्तानबुल वगैरह, उत्थे लोग बड़े अज भी कमलियां वांगू जाते हैं। वड्डा खास करके यूरोप का हिस्सा उत्थे इबादत सीखण लई जाता है, क्योंकि यूरोप दे विच इबादत का रंग नहीं ना बहुत ज़्यादा, उत्थे ते चर्च का रोल ही कुछ होर रहा, चर्च की स्टेट नाल जिहड़ी है वो एक तरह की समझौता हो गया, उनकी आपस में अंदर अंडरस्टैंडिंग हो गई, तो उहदे नाल चर्च स्टेट को रिप्रजेंट करती हुई बहुत ही नज़र पई है इस रूप दे विच। इस करके मैडिटेशन सीखण लई उन्होंने कदे जिहड़ा परले ईस्टर्न स्कूल ऑफ थॉट कोल जाना पैंदा है, कदे उन्होंने इबादत सीखण लई मौलाना रूमी लभना पैंदा है। इहो ਜਿਹੇ लोगों ਨੂੰ ਲੱਭ ਰਹੇ ਹੁੰਦੇ ਨੇ। ਉਹ जो बड़ी कमाल की चीज़ है, तुसीं शायद कदी देखिया होए, ਉਹਦੇ जो ਉਹਦਾ नाच है सूफियां ਦਾ, बुनियादी तौर ते नाच ਉਹ ਕਮਲਾ नाच ਜਿਹੜੇ सूफी ਪੈਰਾਂ 'ਚ ਜਿਹੜਾ ਹੈ ਘੁੰਗਰੂ ਬਣ ਕੇ ਤੇ ਗਲੀਆਂ 'ਚ ਨੱਚਦੇ ਫਿਰਦੇ ਨੇ। ਇਹਦੇ ਨਾਲ ਸੁਸਾਇਟੀ ਕੋਈ ਚੰਗੀ ਨਹੀਂ ਬਣ ਸਕਦੀ, ਇਹਦੇ ਨਾਲ ਬਲਕਿ ਸੁਸਾਇਟੀ 'ਚ ਕਮਲ ਖੁੱਲ ਜਾਏਗਾ। ਇਹ ਸਾਰੇ ਨੱਚਣ ਲੱਗ ਗਏ ਗਲੀਆਂ ਦੇ ਵਿੱਚ, ਅੰਦਾਜ਼ਾ ਲਾਓ ਸਮਾਜ ਕਿਹਦਾ ਹੋਏਗਾ। ਇੱਕ ਦਾ ਬੰਦਾ ਨੱਚਦਾ ਠੀਕ ਹੈ, ਚਲੋ ਵਧੀਆ ਲੱਗਦਾ, ਕੋਈ ਕਾਫੀ ਗਾਉਂਦਾ ਕੋਈ ਸਰੂਪ ਦੇ ਵਿੱਚ, ਉਹਦੇ ਨਾਲ ਕੋਈ ਡਾਈਜੈਸਟ ਵੀ ਹੋ ਜਾਂਦਾ। ਤੇ ਸਾਰੇ ਨੱਚਣ ਲੱਗ ਜਾਂਦੇ, ਸਾਰੇ ਇਸ ਰੂਪ ਦੇ ਵਿੱਚ ਸਾਰੇ ਮਸਤ ਬਣ ਜਾਂਦੇ। ਜਿਵੇਂ ਅੱਜ ਕੱਲ੍ਹ ਮਸਤਾਂ ਦਾ ਬੜਾ ਰੰਗ ਜਿਹੜਾ ਲੋਕਾਂ ਦੇ ਉੱਤੇ, ਸਪੋਜ਼ ਕਰੋ ਸਾਰੇ ਮਸਤ ਹੋ ਗਏ, ਨਾ ਕੋਈ ਕਰਨ ਵਾਲਾ, ਨਾ ਕੋਈ ਬਣਾਉਣ ਵਾਲਾ, ਨਾ ਕੋਈ ਖਾਣ ਵਾਲਾ, ਮਾਂ ਵੀ ਮਸਤ ਹੈ, ਬੱਚੇ ਵੀ ਮਸਤ ਨੇ, ਬਾਪ ਵੀ ਮਸਤ ਹੈ, ਨਾ ਕੋਈ ਕਮਾ ਕੇ ਲਿਆਏ, ਨਾ ਕੋਈ ਪਕਾਏ ਚੁੱਲ੍ਹੇ ਤੇ, ਨਾ ਕੋਈ, ਇਹ ਸਭ ਕੁਝ ਨਹੀਂ ਹੋਏਗਾ ਜੋ ਦਿਸ ਰਿਹਾ ਤੁਹਾਨੂੰ। ਫਿਰ ਸਭ ਇਹ ਅਸਲ ਦੇ ਇਹ ਜਿਹੜੀਆਂ ਚੀਜ਼ਾਂ ਨੇ, ਇਹ ਸੋਸ਼ਲ ਲੈਵਲ ਤੇ ਪੂਰੀ ਤਰ੍ਹਾਂ ਅਡਾਪਟ ਨਹੀਂ ਕੀਤੀਆਂ ਜਾ ਸਕਦੀਆਂ, ਪ੍ਰੈਕਟੀਕਲ ਨਹੀਂ ਹੈਗੀਆਂ। ਹਾਂ, ਦੋ ਚਾਰ ਪਲ ਇਹਨਾਂ ਚੀਜ਼ਾਂ ਨੂੰ ਹੰਡਾਇਆ ਜਾ ਸਕਦਾ, ਜੀਆ ਜਾ ਸਕਦਾ, ਵੇਖਿਆ ਜਾ ਸਕਦਾ ਹੈ। ਰੂਮੀ ਦਾ ਜਿਹੜਾ ਨਾਚ ਡਿਫਰੈਂਟ ਸੀਗਾ, ਉਹਦਾ ਜਿਹੜਾ ਗੈਸਚਰ ਸੀਗਾ ਉਹ ਇਸ ਤਰ੍ਹਾਂ ਸੀ, ਉਹ ਇਸ ਤਰ੍ਹਾਂ ਕਰਕੇ ਝੂਮਰ ਪਾਉਂਦਾ ਸੀਗਾ। ਇਹਦਾ ਮਾਇਨੇ ਕੀ ਸੀਗੇ? ਉਹ ਮਾਇਨੇ ਇੱਕ ਸੀਗੇ, ਦੇਣ ਵਾਲਾ ਖੁਦਾ ਹੈ, ਮੈਂ ਜ਼ਰੀਆ ਹਾਂ, ਮੇਰੇ ਜ਼ਰੀਏ ਬਣਨਾ ਹੈ। ਉੱਪਰੋਂ ਦੇ ਰਿਹਾ, ਕਿੱਧਰੋਂ ਬਣ ਰਿਹਾ, ਆਹ ਤਰੀਕਾ ਹੈ। सोसाइटी ਦੇ ਵਿੱਚ ਇਸ ਤਰ੍ਹਾਂ ਹੀ ਬੰਦਾ ਕਮਾਉਂਦਾ ਹੈ, ਬਣਾਉਂਦਾ ਹੈ, ਤੇ ਫਿਰ ਉਸ ਤੋਂ ਬਾਅਦ ਜੋ ਸੋਸਾਇਟੀ ਤੋਂ ਪ੍ਰਾਪਤ ਕੀਤਾ ਹੈ ਉਹਨੂੰ ਦੁੱਗਣਾ ਚੌਗਣਾ ਕਰਕੇ ਉਹਨੂੰ ਵਾਪਸ ਦਿੰਦਾ। ਜਦੋਂ ਬੰਦਾ ਜਗੀਰੂ ਬਿਰਤੀ ਚ ਆ ਜਾਂਦਾ, ਜਿਹਨੂੰ ਬਰੂਡਲ ਸਿਸਟਮ ਕਹਿ ਦਿੰਦੇ ਆ, ਜਦੋਂ ਕਹਿੰਦਾ ਨਾ ਇਧਰੋਂ ਮਿਲਿਆ ਇਹ ਵੀ ਮੇਰਾ, ਇਧਰ ਦੇਣ ਵਾਲਾ ਬਿਲਕੁਲ ਨਹੀਂ। ਹੁਣ ਜਦੋਂ ਆਪ ਇਧਰੋਂ ਹੱਥ ਐਵੇਂ ਚੱਕ ਲਿਆ, ਹੁਣ ਉੱਪਰੋਂ ਤੇ ਆਈ ਜਾਣਾ, ਕਿੰਨੀ ਦੇਰ ਆਖਰਕਾਰ ਸੰਭਾਲੇਗਾ। ਇੱਕ ਦਿਨ ਫਿਰ ਡਿੱਗਣ ਲੱਗਦਾ ਧੱਕੇ ਨਾਲ ਥੱਲੇ, ਫਿਰ ਡਿੱਗਦੇ ਨੂੰ ਸਾਂਭਣ ਵਾਸਤੇ ਉਹ ਵੀ ਹੱਥ ਐਵੇਂ ਕਰ ਦਿੰਦਾ। ਫਿਰ ਹੁੰਦਾ ਕੀ ਹੈ, ਇਧਰੋਂ ਜਾਣਾ ਬੰਦ ਹੋ ਜਾਂਦਾ, ਉਧਰੋਂ ਆਉਣਾ ਬੰਦ ਹੋ ਜਾਂਦਾ। ਇੱਥੇ ਬੰਦਾ ਫਿਰ ਖਾਲੀ ਹੋ ਜਾਂਦਾ। ਦੋ ਚਾਰ ਪਾਲੀ ਤੇ ਲੱਗਦਾ ਜਿਵੇਂ ਉਹਦੇ ਕੋਲ ਆ ਰਿਹਾ ਸੀਗਾ, ਉਹਦੇ ਕੋਲ ਮਿਲ ਗਿਆ ਸੀ, ਉਹਨੇ ਇਕੱਠਾ ਕਰ ਲਿਆ, ਪਰ ਇਕੱਠਾ ਨਹੀਂ ਕਰਨ, ਗਵਾ ਲਿਆ ਸਾਰਾ ਕੁਝ। ਸੁਸਾਇਟੀ ਇਹਦਾ ਨਾਮ ਹੈ, ਇਹਦੇ ਚ ਕਮਾਉਣਾ ਵੀ, ਇਹਦੇ ਤਿਆਗਣਾ ਵੀ। ਇਸ ਕਰਕੇ ਜਿੱਥੇ ਕਿਰਤ ਸਿਖਾਈ ਉੱਥੇ ਸ਼ੇਅਰਿੰਗ ਸਿਖਾਈ, ਵੰਡ ਇੱਥੇ ਬਣਦੀ ਹੈ ਨਾ। ਇਹ ਚੀਜ਼ ਮਹਾਰਾਜ ਨੇ ਕਿਹਾ ਇਧਰੋਂ ਲੈ ਇੱਧਰ ਦੇ, ਆਹ ਤਰੀਕਾ ਹੈ ਅਸਲ ਦੇ ਵਿੱਚ। ਪਰ ਜੇ ਬੰਦੇ ਨੇ ਇੱਕ ਲਾਲਸਾ ਪੈਦਾ ਕਰ ਲਈ ਕਿ ਬਸ ਇੱਕੋ ਚੀਜ਼ ਹੈ ਜਿਹਨੂੰ ਅਸੀਂ 99 ਦਾ ਗੇੜ ਕਹਿੰਦੇ ਹਾਂ, ਕਿ ਇਹਨੇ ਨੂੰ ਬਿੰਦੀਆਂ ਹੋਰ ਲੱਗ ਜਾਣ, ਇਹਨੇ ਨੂੰ ਬਿੰਦੀਆਂ ਹੋਰ ਲੱਗ ਜਾਣ, ਹੋਰ ਲੱਗ ਜਾਣ। ਇਹ ਭਾਰਤੀ ਸੰਸਥਾ ਨੇ, ਭਾਰਤੀ ਸਮਾਜ ਨੇ ਕਰ ਕਰਕੇ ਬੜਾ ਵੇਖਿਆ, ਬੜਾ ਜੋੜਨ ਵਾਲੇ ਬੜੇ ਲੋਕ ਸੀਗੇ ਸਮਾਜ ਦੇ, ਅੱਜ ਵੀ ਉਸੇ ਤਰੀਕੇ ਨਾਲ ਚੱਲ ਰਹੇ ਨੇ। ਜਿਹੜੀ ਖਾਸ ਕਰਕੇ ਮਾਇਆ ਹੈ ਨਾ, ਇਹ ਮਾਇਆ ਰੋਟੇਟ ਹੋਣੀ ਚਾਹੀਦੀ। ਜਿੰਨੀ ਰੋਟੇਟ ਹੋਏਗੀ ਵੱਧ ਸੋਸਾਇਟੀ ਦੇ ਵਿੱਚ ਸੋਸਾਇਟੀ ਉਨੀ ਤਰੱਕੀ ਕਰੇਗੀ। ਜਦੋਂ ਜਿਹਨੂੰ ਕਾਲਾ ਧਨ ਕਹਿੰਦੇ ਨੇ, ਵਿੱਚੋਂ ਸਾਈਕਲ ਬੰਦ ਕਰਤਾ, ਕਿਸੇ ਨੇ ਰੋਕ ਲਿਆ, ਜਦੋਂ ਕਿਸੇ ਨੇ ਰੋਕਣ ਦੀ ਟਰਾਈ ਕੀਤੀ, ਸਮਾਜ ਦੇ ਵਿੱਚ ਮਹਿੰਗਾਈ ਵਧੇਗੀ, ਸਮਾਜ ਦੇ ਵਿੱਚ ਜਿਹੜਾ ਹੈ
मैन मेड एक डिजास्टर क्रिएट होएगा, ਉਹਦੇ ਨਾਲ ਜਿਹੜਾ ਹੈ ਕ੍ਰਾਈਸਿਸ ਖੜੇ ਹੋਣਗੇ ਇਕਨੋਮੀ ਦੇ ਵਿੱਚ ਹੋਰ ਜਗ੍ਹਾ ਦੇ ਉੱਤੇ। ਇਹਨੂੰ ਹੀ ਬਲੈਕ ਮਾਰਕੀਟਿੰਗ ਕਹਿ ਦਿੰਦੇ ਆ ਅਸੀਂ। ਚੀਜ਼ਾਂ ਰੋਕ ਲੈਣੀਆਂ ਫਿਰ ਛੱਡ ਦੇਣੀਆਂ, ਇਸ ਕਿਸਮ ਦੀਆਂ ਚੀਜ਼ਾਂ ਕਰਨੀਆਂ। ਇਸ ਸਾਰੇ ਦੇ ਨਾਲ ਬਾਜ਼ਾਰ ਨਹੀਂ ਕ੍ਰੀਏਟ ਹੁੰਦਾ, ਇਸ ਸਾਰੇ ਦੇ ਨਾਲ ਕੀ ਹੁੰਦਾ ਹੈ, ਇੱਕ ਡਰ, ਇੱਕ ਪੈਨਿਕ ਕ੍ਰੀਏਟ ਹੋ ਜਾਂਦਾ ਹੈ ਉਸ ਸੁਸਾਇਟੀ ਦੇ ਵਿੱਚ। ਫਿਰ ਕਿਤੇ ਵੀ ਤੁਹਾਨੂੰ ਚੰਗੇਰੇ ਕਿਸਮ ਦੇ ਨਾਲ ਜੀਵਨ ਦੇ ਵਿੱਚ ਉਤਸ਼ਾਹਿਤ ਕਰਨ ਵਾਲੀਆਂ ਚੀਜ਼ਾਂ ਨਜ਼ਰ ਨਹੀਂ ਪੈਣਗੀਆਂ। ਜੇ ਬੰਦੇ ਕੋਲ ਲੱਖ ਹੈ ਉਹ ਵੀ ਮਰੂ ਮਰੂ ਕਰੇ, ਜਿਹਦੇ ਕੋਲ 10 ਲੱਖ ਉਹ ਵੀ ਮਰੂ ਮਰੂ ਕਰੇ। ਸੁਭਾਅ ਬਣ ਗਿਆ, ਸਾਈਕਲ ਐਸਾ ਹੈ ਇਸ ਰੂਪ ਦੇ, ਕਿਉਂਕਿ ਇਹ ਸੁਸਾਇਟੀ ਪਤਾ ਕੋਈ ਨਹੀਂ, ਇਹਦੇ ਚ ਹਰ ਵਕਤ ਡਰ ਸਹਿਮ ਬਣਿਆ ਹੋਇਆ ਹੈ। ਸਾਹਿਬ ਮਹਾਰਾਜ ਨੇ ਉਸ ਸਾਰੇ ਉੱਤੇ ਕਮੈਂਟ ਕੀਤਾ ਹੈ। ਸਾਹਿਬ ਕਹਿੰਦੇ ਨੇ ਤੁਸੀਂ ਆਪਣੀ ਸੀ ਬਿਰਤੀ ਝਾਕ ਮਾਰ ਕੇ ਦੇਖੀ, ਕਿਤੇ ਐਸਾ ਕਿ ਸਹਿਸ ਖਟੇ, ਕਦੀ ਸੋਚਿਆ ਸੀ 1000 ਬਣ ਜੇ ਬਹੁਤ। ਇੱਕ ਵੀ ਹਿੱਸਾ ਹੈ ਬੰਦਾ ਜਿਵੇਂ ਸਮਾਜ ਵਿੱਚ ਆਇਆ, ਸਪੋਜ਼ ਕਰੋ ਇੱਕ ਦਿਨ ਆਇਆ, ਸੋਚਿਆ ਹੈ ਕਿ ਨਾ ਬਸ 12-1500 ਬਣ ਜੇ, ਇੰਨਾ ਕਰੰਟ ਚਲਾ ਜਾਏ, ਇੰਨੇ ਆਪਣੇ ਕੋਲ ਆ ਜਾਣ, ਇੰਨੇ ਇੰਡੀਆ ਭੇਜ ਦੇਣ, ਬਹੁਤ ਸਾਰੇ। ਉਹ 1500 ਦੀ ਬਜਾਏ 3000 ਬਣ ਗਏ। ਜਦੋਂ 3000 ਬਣਨ ਲੱਗ ਗਿਆ ਫਿਰ ਖਾਸ਼ 3000 ਦੀ ਨਹੀਂ, ਫਿਰ ਖਾਸ਼ ਇਹ ਹੈ ਵੀ ਬਸ ਹੁਣ ਸਾਲ ਦਾ $1,00,000 ਜੁੜ ਜੇ ਤੇ ਬਾਕੀ ਜਿਹੜਾ ਹੈ ਇੰਨਾ ਹੋਰ ਇਸ ਰੂਪ ਵਿੱਚ ਹੋ ਜੇ, ਆਹ ਚੀਜ਼ ਹੋ ਜੇ, ਆਹ ਪ੍ਰਵਿਰਤੀ ਹੋ ਗਈ ਸ਼ੁਰੂ। ਹੁਣ ਲੋੜ ਨਹੀਂ ਦੜਾਉਂਦੀ, ਹੁਣ ਲੋਭ ਦੜਾਉਂਦਾ ਹੈ। ਜਦੋਂ ਲੋਭ ਦੜਾਉਂਦਾ ਹੈ ਤੇ ਲੋਭ ਦੇ ਫਿਰ ਕੋਈ ਪੈਰ ਨਹੀਂ ਹੁੰਦੇ, ਲੋਭ ਦਾ ਫਿਰ ਕੋਈ ਅੰਤ ਨਹੀਂ, ਕੋਈ ਇੰਤਹਾ। ਜਿੰਨਾ ਮਰਜ਼ੀ ਤੁਸੀਂ ਵਧਾ ਲਓ ਉਹ ਵੱਧਦਾ ਤੁਰਿਆ ਲਗਾ ਜਾਣਾ ਹੈ। ਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਫਿਰ ਲੋਕੀ ਤੜਫਦੇ ਨੇ, ਰਾਤਾਂ ਦੀ ਨੀਂਦ ਖਰਾਬ ਹੁੰਦੀ ਹੈ। ਸਭ ਮੈਂ ਨਹੀਂ ਚਾਹੁੰਦਾ ਮਨੁੱਖ ਮਾਤਰ ਜਿਹੜਾ ਜ਼ਿੰਦਗੀ ਹੰਡਾਉਣ ਲਈ ਆਇਆ ਹੈ ਬੇਵਜ੍ਹਾ ਆਪਣੇ ਆਪ ਨੂੰ ਪ੍ਰਤਾੜਿਤ ਕਰੇ। क्या सहस खटे लख को उठतावे, तृप्त न आवे माया पाछे पावे। जो कुछ आ गया पीछे पै गया भाव वो दिसदा ही नहीं। तृष्णा की वृत्ति ऐसी होती है जो कोल है नहीं वेखण गए, जो कोल नहीं दिस रहा, जो कोल है वो नहीं दिस रहा बिल्कुल भी। जो कोल नहीं गा वो तो हर वक्त अंदर चेते चल रहा। मन का सुभाव बहुत कह लो कि जिन्होंने असीं पंजाबी दे विच कुचज्जा या कब्बा कहते हैं इस रूप दे विच। इहनूं साहिब महाराज ने बाणी दे विच भांड भी किया है। साहिब कहंदे निर्लज्जे भांड भी नहीं, निर्लज भांडा ते बना पूरा। किस किस्म दा सपोज करो तुसी कोई चीज एक चीज है कि चलो आकार मिल जाए तो वधिया है, कोई महीना को 2 महीने को साल ला कार लै ली। हुण कार जिहड़ी है तो बेईमानी हो गई, नहीं दिसदी। हुण किसी होर दी कोई नवीं गड्डी दिसदी, कोई नवां मॉडल आ गया, हुण आखो दे ते ਉਹ ਹੋਣੀ ਚਾਹੀਦੀ, ਉਹ ਹੋਣੀ। ਇਹ ਬਿਰਤੀ ਅੰਦਰ ਆਉਣੀ ਸ਼ੁਰੂ ਹੋ ਗਈ ਨਾਲ ਦੀ ਨਾਲ। ਫਿਰ ਕਈ ਵਾਰੀ ਅੱਖਾਂ ਬੰਦ ਕਰੇਗਾ ਮਨ, ਫਿਰ ਨੂੰ ਕਈ ਵਾਰੀ ਸਫ਼ਰ ਵੀ ਕਰਾਏਗਾ ਕਾਰ ਦੇ ਵਿੱਚ, ਕਿਉਂ ਲਾਲਸਾ ਦਿੰਦਾ ਨਾ। ਇਹ ਹੈ ਸਰ ਕਹਿੰਦੇ ਜੋ ਆ ਗਿਆ ਉਹ ਪਿੱਛੇ ਪੈ ਗਿਆ, ਉਹਦੀ ਕੋਈ ਵੈਲਿਊ ਨਹੀਂ ਰਹਿ ਗਈ। ਹੁਣ ਕੁਝ ਹੋਰ ਅੰਦਰ ਚੱਲਣਾ ਸ਼ੁਰੂ ਹੋ ਗਿਆ। ਉਸ ਕਰਕੇ ਕਹਿਣ ਲੱਗੇ ਕਿ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਅਨਕ ਭੋਗ ਵਿਖਿਆ ਕੇ ਕਰੇ। ਵਿਖਿਆ ਜ਼ਹਿਰ ਨੂੰ ਕਿਹਾ ਜਾਂਦਾ ਹੈ। ਬਹੁਤਾ ਜਿਹੜਾ ਬਹੁਤ ਧਨ ਸਰਮਾਇਆ ਕਮਾਉਣ ਦੀ ਬਿਰਤੀ ਹੈ, ਇਹਦੇ ਵਿੱਚ ਭੋਗ ਦੀ ਬਿਰਤੀ ਹੁੰਦੀ ਹੈ। ਸੰਸਾਰ ਨੂੰ ਭੋਗਣਾ, ਭੋਗ ਵਿਲਾਸ ਦਾ ਉਹ ਜਿਹੜਾ ਰੰਗ ਹੈ। ਸਪੋਜ਼ ਕਰੋ ਮੇਰੀ ਲੋੜ ਹੈ ਕੱਪੜਾ, ਮੈਂ ਪਾਣਾ ਕੱਪੜਾ, ਸੂਟ ਕੋਈ 100 200 400 ਦਾ ਵੀ ਬਣ ਸਕਦਾ, ਪਰ ਮੈਂ ਉਸ ਲੋੜ ਨੂੰ ਲੋਭ ਵਿੱਚ ਕਨਵਰਟ ਕਰ ਲਿਆ। ਕਿਵੇਂ? 10,000 ਦੇ ਸੂਟ ਤੋਂ ਬਿਨਾਂ ਮੇਰੀ ਸ਼ਾਨ ਨਹੀਂ ਬਣਦੀ। ਇੱਥੋਂ ਸਮੱਸਿਆ ਬਣ ਗਈ। ਮੇਰੀ ਲੋੜ ਹੈ ਮਕਾਨ, ਪਰ ਮੈਂ ਸੋਚਿਆ ਕਿ ਜਿੰਨੀ ਦੇਰ ਤੱਕ ਘੱਟ ਤੋਂ ਘੱਟ 4000 ਸਕੁਅਰ ਫੁੱਟ ਦੀ ਮੈਂਸ਼ਨ ਵਰਗਾ ਘਰ ਨਾ ਹੋਏ ਤੇ ਉਨੀ ਦੇਰ ਤੱਕ ਤੇ ਰਹਿਣਾ ਕੀ ਰਹਿਣਾ ਹੈ। ਇਹ ਜਿਹੜੀ ਚੀਜ਼ ਹੈ ਇਹ ਬਣ ਗਿਆ ਲੋਭ। ਮੇਰੀ ਲੋੜ ਹੈ ਕਿ ਮੈਨੂੰ ਪ੍ਰਸ਼ਾਦਾ ਛਕਣਾ ਹੈ, ਮੈਨੂੰ ਪ੍ਰਸ਼ਾਦਾ ਛਕਣ ਵਾਸਤੇ ਬਰਤਨ ਚਾਹੀਦੇ, ਬਹਿਣ ਲਈ ਥਾਂ ਚਾਹੀਦੀ। ਕੋਈ ਬੰਦਾ ਕਹਿੰਦਾ ਜਿੰਨੀ ਦੇਰ ਤੱਕ 8000 ਦਾ ਡਾਈਨਿੰਗ ਟੇਬਲ ਨਾ ਹੋਵੇ ਘਰ ਦੇ ਵਿੱਚ, ਮਾਰ ਬੰਦਾ ਕੀ ਖਾਣਾ ਆਹ ਬਿਰਤੀ ਜਿਹੜੀ ਹੈ। ਤੇ ਸਾਡੇ ਖਾਸ ਕਰਕੇ ਸਮਾਜ ਦੇ ਵਿੱਚ ਇੱਕ ਵੱਡੀ ਅਲਾਮਤ ਇਸ ਕਿਸਮ ਦੀ ਹੈ। मैं माफी मंगा, वैसे रिकॉर्ड हो रही है बात, मेरी जबान से आई है। मेरे एक सज्जन ने अमेरिका के विच, खैर छड्डो बात, जी बात मैं कह लगा सीगा मौली ग्रुप के अंदर तृप्त न आवे माया पाछे पावे, अनक भोग विख्या के करे। अनेकां भोग उल्लास बिरतियां जिहड़ियां ने वो बहुत ही वारी बंदे नूं विख्याती बना दिंदियां ने। विख्याती तो मुराद यह है कि वो जीवन के असल रंग नूं मानण दी बजाय अपने जीवन नूं जहर बनाई जाता है। वो अपने आप को होर तड़पाई जा रहा, दुखी करी जा रहा, वेदन में जा रहा है। रीजन यह है लालच वधी जाना, लालच ने घटना नहीं। जीवन को मानण जिउण की थां ते अनर्थ करेगा। एक प्रमाण बाणी चो लै लईए, साहिब एक जगह जिक्र करते हैं बंदे मैं तेनों देखिया कर कर अनर्थ, तू अनर्थ करदा है। फिर अनर्थ नाल कमाउणा की है? बिहाजी संप है। संप है कि प्रॉपर्टी, कैपिटल, प्रॉपर्टी इकट्ठी करदा है। अनर्थ किवें? बंदा कहेगा भी किसी नाल अनर्थ कीता, इस तरह किसी दा हक मार लिया,
किसी नूं जिहड़ा है गलत समान बेच दिता, कोई गलत कारगुजारी करके पैसा इकट्ठा कर लिया। महाराज कहते बहुत बाद दी गल्लां, पहले नंबर पर अनर्थ असीं अपने आप नाल करदे हां। ये शरीर है, इन्हें घट तो घट 40 50 60 साल 70 साल तक काम करना है, तो इस शरीर नूं 10 सालां दे विच 70 साल की सारी एनर्जी जिहड़ी बंदा विचों कढ दे, अनर्थ नहीं ते होर अक्सर बात होंदी है साडी सोसाइटी। तुसीं देखोगे जिहड़े बहुते लोग तवीर धागे करते हैं, इहो जिहियां चीज़ां ते सो काल जिहड़ा साडे आले दुआले एक नीम हकीमां दा झोला छाप डॉक्टरां दा एक वड्डा मुहाज तुरिया फिरदा, वो किते कड़लां कढ रहे ने, किते कुछ सब इस किस्म के सब इलाज हो रहे हैं चार चफेरे। किसी दियां जिहड़ा है लक दियां अलाइनमेंट सीधियां कर रहे हैं। मेरे को सज्जना कहना मशीन बनाई और अलाइनमेंट बिल्कुल सीधी कर देगा। मैं कहा दवाई रब दी है, ऐसे मड़के ने करीब माड़े सज्जे खब्बे हो गए, मुड़ के तां उम्र ठीक नहीं होनी, मुड़ के बंदे ने कहना है उस कई बार बात यह होती है भाई साहब की दसीए अजे कल दी गल है, मैं सीगा 2 जॉबां करके फलां आदमी नूं राइड दवा के फलां काम करके बच्चे नूं स्कूले छड्ड के 2 घंटे सौ के अगले दिन फिर काम ते तुर जांदा सी। बिल्कुल ठीक है, उदों उम्र सी 26 साल की। अज हालत यह है ना गोडा मुड़दा ना लक मुड़दा ना इस रूप में पता नहीं की हो गया। अज उम्र अभी 36 साल की। इसका मतलब ये है जेड़ा 40-50 साल काम करके शरीर हटाना सी 10 साल शरीर यूज करके नाश कर दिता। हुण ये हालत जिहड़ी है कर कर अनर्थ किसी होर नाल अनर्थ कीता ही नहीं, अपने आप नाल ही करदा। इतना कीता है, अब्यूज कीता है कि अपना शरीर जिहड़ा किसी काम दे नहीं छड्डे। सब जिक्र करते चीज ना हो फिर इत्थे नहीं अनर्थ अपने आप में सिर्फ असीं फिजिकल लैवल पर नहीं करते, माफ़ी चाहांगे असीं मैंटल लैवल पर बहुत अनर्थ करते हैं। कई बार जिहड़ा टाइम साडा थोड़ा बहुत नितनेम करन दा है, बाणी पढ़न दा है, चंगियां चीज़ां अपने जीवन में अपनाउण दा है, बंदा वो भी टाइम इवन साडे तो गुरुद्वारे च आउणा, हालांकि ऐसा नहीं रहा कभी सिख जगत भी गुरुद्वारा मठ नहीं ना हैगा साडा, आए डालदा सट्टिया गुरु महाराज दे अगे टेकिया मठां दे लोग बस। ये साडी परंपरा नहीं रही। साडी परंपरा है कि गुरुद्वारा साहब आए 2 पल बैठे कुछ सुनिया, क्योंकि प्रसाद साडे घर 2 रूपों के विच है। एक तिहावल है जो लैके जाने असीं, एक प्रसाद साडी सुखदा है बहुतायत सिख शब्द ज्ञान नाल लैके जांदा सी। एक थॉट प्रोसैसिंग है जिहड़ी साडे अंदर चलदी है। तुसीं होर रंग देखो, कई बार असीं बात करते हैं कि सानूं चीज़ां समझ नहीं आउंदियां, कलेश किवें वध जांदा है, मैंटल हैल्थ किवें खराब हो जाती है, लोग डिप्रैशन किवें चले जाते हैं। इनू कदी देखियो सवेरे उठे साडे फिजिकल प्रोग्राम बनया पूरा, मैनू ये पूरा प्रोग्राम बनया भी इन्ने बजे अलार्म बजना, इन्ने बजे उठ के स्नान कर लेना, इन्ने बजे ब्रेकफास्ट करना, इन्ने बजे गड्डी चकनी है, इन्ने बजे फलां काम ते जाना, इन्ने बजे काम तो ब्रेक होनी है, फिर आ काम करना है, जो लंच होना उदों ग्रोसरी चक लैनी है, सारी प्रॉपर प्लानिंग है पूरे दिन की शाम तक की सारी टोटल फिजिकल एक्टिविटीज की पूरी प्लानिंग कर ली, मैंटल एक्टिविटी की कोई प्लानिंग नहीं। सवेरे होया कि मन जिवें उठिया असीं उठे उस रूप दे विच घर दे कोई गलबात हुई, सपोज करो पति ने पत्नी नूं कुछ किया, पत्नी ने पति नूं कुछ किया, घर दे किसी भैन भरा नूं किसी बच्चे नूं किसी रूप विच कोई गल कही, एकदम बंदा दरवाजे तो बाहर निकल रहा है, किसी की कही हुई गल को बहुत ही चंगी लगी, अंदर चली गई, जाए कार स्टार्ट नहीं तुर पिया। हुण जिहड़ी छोटी जी गल सीगी नाल जिहड़ी नाल तुर पई, वो छोटी जी गल ना रही, शाम तो कुछ पता नहीं कितनी होर गल्लां जुड़ गईयां, जुड़दियां जो शामी घर का दरवाजा खोल के अंदर बड़े अंदर पूरी खिचड़ी बन गई। वो घर वाला कोई घर का जी बुलाउंदा है, अंदरों भड़क के पैंदा है, वो कहंदे नूं की होया ना कि सवेरे जिहड़ा समान नाल लैके गया सी थोड़ा जिहा, वो सारा दिन अंदर चल के वो बड़ा वड्डा एक बबल बन गया। आ चीज नितने कित्थों निकलिया? सवेरे कोई चंगा ख्याल नाल लैके गया, जिहड़ा ख्याल सारा दिन तेरे नाल चले, ये थॉट प्रोसैस ने सिमरन असल च बंदा शाम को आवे घर में कोई झगड़ा कलेश कोई किसी किस्म का मन मुटाव कुछ भी है, वो चेते जी ना हो, वो सारे का सारा अंदर अंदर कुछ और चल रहा हो। आ चीज तां हो सकती है जो बंदा थोड़ी एफर्ट पाए अपने मैंटल हेल्थ डिवेलप करने वास्ते, अपने आप को स्पिरिचुअली बूस्ट करने वास्ते। बंदे को टाइम नहीं है, बंदा समय नहीं है। इस सारे के नाल अज असीं सिख जिहड़ा मैंटली बड़ा स्ट्रांग हुंदा सीगा, अज साडे घरां दे विच सब तो वध नींदियां गोलियां, सब तो वध एंटी डिप्रैशन मेडिसिन ते सब तो वध स्ट्रेस रिलेटेड जिहड़ियां ने वो दवाइयां गोलियां खादियां जांदियां वड्डे घर, जो कि ये चीज़ां लगातार आ रही हैं साडे अंदर। सरकार दे कर कर अनर्थ कीता अपने आप, फिजिकल हेल्थ, मैंटल हेल्थ, स्पिरिचुअल हेल्थ। अल्टीमेटली की होया बिहाजी संपत्ति इकट्ठी कर
ਹੁਣ ਉਸ ਤੋਂ ਬਾਅਦ ਸਭ ਕਹਿੰਦੇ ਹੈ ਕੀ ਹੈ, ਸੋਇਨਾ, ਰੂਪਾ, ਦਾਮਾ। ਉਹਦੇ ਚੋਂ ਫਿਰ ਕੀ ਨਿਕਲਦਾ ਹੈ, ਗਹਿਣੇ ਬਣਵਾਲੇ, ਬਹੁਤਾ ਪੈਸਾ ਹੈ ਜੀ, ਕੰਮ ਕਰਦਾ ਬੰਦਾ, ਹੋਰ ਕੀ, ਸੋਨਾ ਚਾਂਦੀ ਆਪਣੇ ਆਲੇ ਦੁਆਲੇ ਲਵਾਲੇ, ਮਾਰਬਲ ਲਵਾਲੇ ਘਰਾਂ ਦੇ ਚ, ਵੱਧ ਤੋਂ ਵੱਧ ਮਹਿਮ ਵਿੱਚ ਸ਼ਾਮਲ ਹੈ, ਸਾਰੇ ਕੁਝ ਕਰਦੇ ਜਾਂ ਆਪ ਬੈਂਕ ਬੈਲੈਂਸ ਦਾ ਬੜੇ ਬਣਾ ਕੇ ਵੇਖ ਲਿਆ, 4 ਸਟੇਟਮੈਂਟ ਇੰਨੇ ਹੋ ਗਏ, ਹਾਂ ਜੀ ਤੂੰ ਗਵਾਇਆ ਤਾਂ ਦੱਸੇ ਜੋ ਗਵਾ ਲਿਆ, ਸਾਰਾ ਬੈਂਕ ਬੈਲੈਂਸ ਲੈ ਜਾ ਚੁੱਕ ਕੇ। ਜੇ ਤੂੰ ਕਹੇ ਵੀ ਮੈਂਟਲੀ ਤੂੰ ਦੁਬਾਰਾ ਫਿਰ ਰਿਵਾਈਵ ਕਰ ਜਾ, ਉਸ ਜਗ੍ਹਾ ਨੂੰ ਦੁਬਾਰਾ ਪ੍ਰਾਪਤ ਕਰ ਜਾ, ਜਿਹਨੂੰ ਸਾਡੇ ਕਹਿੰਦੇ ਗਈ ਬਹੌੜ, ਜੋ ਗਵਾ ਲਿਆ ਵਾਪਸ ਆ ਜਾਏ। ਹਾਂ, ਗੁਰੂ ਦੇਣ ਵਾਲਾ ਉਹ ਸ਼ਬਦ ਚ ਉਸ ਰੂਪ ਵਿੱਚ ਕਿਹਾ ਗਿਆ, ਗੁਰੂ ਅੱਗੇ ਅਰਦਾਸ ਕਰ, ਮਾਲਕ ਉਸ ਚੀਜ਼ ਨੂੰ ਵਾਪਸ ਲੈ ਲਵਾਂ। ਸਾਹਿਬ ਇੱਥੇ ਜ਼ਿਕਰ ਕਰਦੇ ਨੇ ਅਨਕ ਭੋਗ ਦਿਖਿਆ ਕੇ ਕਰੇ। ਫਿਰ ਬੰਦਾ ਭੋਗ ਇੱਥੇ ਉਹ ਨਹੀਂ ਜਿਹੜੇ ਭੋਗ ਵਿਲਾਸ ਅਸੀਂ ਸੰਸਾਰੀ ਤੌਰ ਤੇ ਵੇਖਦੇ, ਹਾਲਾਂਕਿ ਉਹ ਵੀ ਰੋਗ ਪੈਦਾ ਕਰਦੇ ਨੇ, ਪਰ ਇੱਥੇ ਮਾਇਆ ਕਮਾਉਣੀ ਬੰਦਾ ਭੋਗ ਵਿਲਾਸ ਕਰਦੇ, ਬੰਦੇ ਦਾ ਕੋਈ ਲੀਜ਼ਰ ਐਕਟੀਵਿਟੀ ਕੋਈ ਕੁਛ ਨਹੀਂ। ਇੱਕ ਹਕੀਕਤ ਇਹ ਹੈ, ਮੈਨੂੰ ਕਈ ਵਾਰੀ ਮਾਫੀ ਚੰਗਾ ਐਵੇਂ ਲੱਗਦਾ ਬੰਦਾ ਕੰਮ ਨਾਲ ਜਿਵੇਂ ਵਿਆਹ ਕਰਾ ਲਿਆ, ਪਿਓ ਸਰੂਪ ਬਸ ਇੱਕੋ ਹੀ ਚੀਜ਼ ਹੈ। ਵਰਕੋਲਿਕ ਕੀ ਹੁੰਦਾ ਸਾਡੇ ਸਮਾਜ ਚ ਆ ਕੇ ਦੇਖੋ, ਇਹ ਚੀਜ਼ਾਂ ਜਿਹੜੀਆਂ ਨੇ, ਹਾਂ ਕੰਮ ਜ਼ਰੂਰੀ ਹੈ, ਲਾਜ਼ਮੀ ਹੈ, ਦੱਬ ਕੇ ਕਰੇ, ਪਰ ਇਹਦੇ ਨਾਲ ਜ਼ਿੰਦਗੀ ਵੀ ਹਟਾਏ, ਉਹ ਸਪਿਰਿਚੁਅਲ ਵੀ ਹੋਵੇ, ਉਹ ਸਹੀ ਰੂਪ ਦੇ ਵਿੱਚ ਆਪਣੀ ਮੈਂਟਲ ਹੈਲਥ ਨੂੰ ਬੂਸਟ ਕਰੇ, ਉਹਨਾਂ ਸਭ ਚੀਜ਼ਾਂ ਨੂੰ ਕਰੇ। ਸਰ ਕਹਿੰਦੇ ਅਨਕ ਭੋਗ ਵਿਖਿਆ ਕੇ ਕਰੇ, ਨਹਿ ਤ੍ਰਿਪਤਾਵੈ, ਖਪ ਮਾਰੇ। ਫਿਰ ਖਪਣਾ ਕਿੰਨਾ, ਅਸੀਂ ਇੱਕ ਛੋਟਾ ਜਿਹਾ ਘਰ 'ਚ ਕੋਈ ਇਸ਼ੂ ਹੋਏ, ਕੋਈ ਚੀਜ਼ ਹੋਏ, ਅਸੀਂ ਹੈਂਡਲ ਹੀ ਨਹੀਂ ਕਰ ਪਾਉਂਦੇ, ਖਪ ਜਾਂਦੇ ਮਿੰਟ ਦੇ ਵਿੱਚ। ਇੱਕ ਨਿਮਕ ਪਲ ਲੱਗਦਾ ਬੰਦੇ ਤੋਂ, ਤੇ ਧੀਰਜ ਦੀ ਬੜੀ ਉਮੀਦ ਕੀਤੀ ਜਾ ਸਕਦੀ ਹੈ। ਤੁਸੀਂ ਆਪਣੇ ਘਰ ਵਿੱਚ ਦੇਖੋ, ਆਪਣੇ ਗੁਰੂ ਮਹਾਰਾਜ ਨੂੰ ਦੇਖੋ, ਕਿਤਨਾ ਸਬਰ ਹੋਏਗਾ ਸਾਹਿਬ ਮਹਾਰਾਜ ਦੇ ਵਿੱਚ। ਮੈਂ ਖੁਦ ਪੇਰੈਂਟਿੰਗ ਵਿੱਚ ਗੁਜ਼ਰ ਰਿਹਾ, ਮੇਰਾ ਬੱਚਾ ਮਾੜਾ ਜਿਹਾ ਸੱਜੇ ਖੱਬੇ ਆਖੇ ਨਹੀਂ ਲੱਗਦਾ, ਮੈਂ ਕਈ ਵਾਰੀ ਡਾਊਨ ਲੋਡ ਹੋ ਜਾਂਦਾ, ਕੀ ਬਣੇਗਾ। ਕਈ ਵਾਰੀ ਮੈਂ ਦਿਹਾੜੀ ਚ ਕਹਿ ਲਵਾਂ ਛੱਡੋ ਪਰ ਇੰਡੀਆ ਚਲੇ ਜਾਂਦੇ, ਤੂੰ ਵਧੀਆ ਸੀ, ਹਾਂ ਠੀਕ ਹੈ। ਮੈਂ ਸੋਚਦਾ ਬਾਬਾ ਨਾਨਕ ਤੇਰਾ ਕੈਸਾ ਦੇਰਾ ਹੋਏਗਾ, ਤੇਰੇ ਸਾਹਮਣੇ ਵੱਡੇ ਵੱਡੇ ਬਾਦਸ਼ਾਹ, ਔਲੀਏ, ਫਕੀਰ, ਸੂਫੀ, ਸੰਤ, ਆਲਮ, ਫਾਜ਼ਲ, ਅਮੀਰ, ਸ਼ਮੀਰ, ਸਭ ਲੋਕੀ ਟੁੱਕ ਕੇ ਸਿਜਦੇ ਕਰਦੇ, ਸ਼ੁਕਰ ਕਰਦੇ ਨੇ। ਰਾਏ ਬੁਲਾਰ ਕਿਤੇ ਖਾਜ ਕਰਦਾ ਹੋਣਾ ਕਿ ਕਿਤੇ ਬਾਬਾ ਨਾਨਕ ਅੱਜ ਆਪਣੀ ਜ਼ਬਾਨ ਤੋਂ ਕੋਈ ਗੱਲ ਕਹੇ ਤੇ ਮੈਂ ਉਹਨੂੰ ਮੰਨ ਕੇ ਆਪਣੇ ਆਪ ਨੂੰ ਤਸੱਲੀ ਚ ਲੈ ਗਿਆ। ਨਵਾਬ ਦੌਲਤ ਖਾਂ ਕਹਿੰਦਾ ਤੁਸੀਂ ਬਸ ਮੇਰੇ ਆਸਣ ਤੇ ਬੈਠ ਜਾਓ। ਬਾਬਾ ਕਹਿੰਦਾ ਕੋਈ ਹੁਕਮ ਨਹੀਂ ਦੇਣਾ, ਕੋਈ ਹੁਕਮ ਨਹੀਂ ਮੰਨਣਾ, ਅੱਜ ਤੋਂ ਬਾਅਦ ਰੱਬ ਦੀ ਫਕੀਰੀ ਕਰਨੀ। ਉਹ ਕਹਿੰਦੇ ਬਸ ਇੱਥੇ ਬੈਠ ਕੇ ਮੈਨੂੰ ਕੋਈ ਗੱਲ ਨਹੀਂ ਕਹਿ ਦੇ, ਮੈਂ ਮੰਨ ਲਵਾਂ, ਮੈਨੂੰ ਸਕੂਨ ਮਿਲ ਜਾਏਗਾ। ਇਹੋ ਜਿਹਾ ਬਾਬਾ ਜਿਹਦਾ ਹਰ ਬੰਦਾ ਗੱਲ ਮੋੜਨ ਨੂੰ ਤਿਆਰ ਨਹੀਂ।